ਸਾਡੇ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਕਹਾਣੀ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੈ। ਇੱਕ ਕਿਸਾਨ ਦੇ 7 ਪੁੱਤਰ ਅਤੇ ਇੱਕ ਧੀ ਸੀ ਜੋ ਆਪਣੀ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਸਨ। ਸਾਰੇ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੀ ਭੈਣ ਸੀ, ਇਕਲੌਤੀ ਭੈਣ। ਉਸ ਦਾ ਸੁਭਾਅ ਬਹੁਤ ਸ਼ਾਂਤ ਸੀ। ਉਹ ਬਹੁਤ ਆਗਿਆਕਾਰੀ ਅਤੇ ਸੰਸਕਾਰਾਂ ਵਾਲੀ ਸੀ। ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਭਰਾ ਵਿਆਹਿਆ ਹੋਇਆ ਸੀ ਅਤੇ ਇਹਨਾਂ ਸਾਰੇ ਭੈਣ ਭਰਾਵਾਂ ਦੇ ਮਾਤਾ ਪਿਤਾ ਗੁਜ਼ਰ ਚੁੱਕੇ ਸਨ। ਹੁਣ ਇਹ ਸਾਰੇ ਜਾਣੇ ਮਿਲ ਕੇ ਹੱਸਦੇ ਖੇਡਦੇ ਆਪਣੀ ਜ਼ਿੰਦਗੀ ਜੀ ਰਹੇ ਸਨ। ਛੋਟੇ ਭਰਾ ਦੇ ਦਿਲ ਵਿੱਚ ਆਪਣੀ ਇਕਲੌਤੀ ਅਤੇ ਛੋਟੀ ਭੈਣ ਲਈ ਬਹੁਤ ਪਿਆਰ ਅਤੇ ਸਨੇਹ ਸੀ ਅਤੇ ਸਾਰੇ ਭਰਾ ਮਿਲ ਕੇ ਖੇਤੀਬਾੜੀ ਦਾ ਕੰਮ ਕਰਦੇ ਸਨ, ਕਿਉਂਕਿ ਪੁਰਾਣੇ ਸਮੇਂ ਵਿੱਚ ਖੇਤੀ ਆਪਸੀ ਸਹਿਯੋਗ ਨਾਲ ਕੀਤੀ ਜਾਂਦੀ ਸੀ। ਸੱਤੇ ਭਰਾ ਅਤੇ ਵੱਡੇ ਭਰਾ ਦੀ ਵਹੁਟੀ ਉਹ ਸਾਰੇ ਖੇਤ ਵਿੱਚ ਜਾ ਕੇ ਕੰਮ ਕਰਦੇ ਅਤੇ ਛੋਟੀ ਭੈਣ ਨੂੰ ਘਰ ਰਹਿ ਕੇ ਰੋਟੀ ਬਣਾਉਣ ਦਾ ਕਹਿ ਜਾਂਦੇ ਅਤੇ ਛੋਟੀ ਭੈਣ ਘਰ ਰਹਿੰਦੀ ਅਤੇ ਆਪਣੇ ਭਰਾਵਾਂ ਵਾਸਤੇ ਅਤੇ ਭਰਜਾਈ ਵਾਸਤੇ ਰੋਟੀ ਬਣਾਉਂਦੀ ਅਤੇ ਖਾਣਾ ਬਣਾਉਣ ਤੋਂ ਪਹਿਲਾਂ ਉਹ ਜੰਗਲ ਵਿੱਚੋਂ ਸਰੌਤੀ ਸਾਗ ਚੁੱਕ ਲਿਆਉਂਦੀ। ਸਰੌਤੀ ਸਾਗ ਅਤੇ ਸਬਜ਼ੀਆਂ ਤਿਆਰ ਕਰਕੇ ਆਪਣੇ ਭਰਾਵਾਂ ਨੂੰ ਅਤੇ ਭਰਜਾਈ ਨੂੰ ਖਵਾਉਂਦੀ। ਉਸ ਦੇ ਭਰਾਵਾਂ ਨੂੰ ਸਰੌਤੀ ਸਾਗ ਬਹੁਤ ਪਸੰਦ ਸੀ ਅਤੇ ਉਹਨਾਂ ਦੀ ਨਿੱਕੀ ਭੈਣ ਰੋਜ਼ ਹੀ ਸਰੌਤੀ ਸਾਗ ਬਣਾ ਦਿਆ ਕਰਦੀ ਸੀ। ਇੱਕ ਦਿਨ ਜਦੋਂ ਸਰੌਤੀ ਸਾਗ ਚੁੱਕ ਕੇ ਲਿਆਈ ਅਤੇ ਉਸ ਨੂੰ ਤਿਆਰ ਕਰਨ ਤੋਂ ਪਹਿਲਾਂ ਉਹ ਦਾਤ ਨਾਲ ਉਹ ਸਾਗ ਨੂੰ ਅਤੇ ਸਬਜ਼ੀਆਂ ਨੂੰ ਕੱਟਣ ਲੱਗੀ। ਉਸ ਨਾਲ ਸਬਜ਼ੀਆਂ ਕੱਟ ਰਹੀ ਸੀ। ਸਬਜ਼ੀਆਂ ਕੱਟਦੇ ਦੌਰਾਨ ਉਸ ਦੀ ਉਂਗਲ ਵੀ ਕੱਟੀ ਜਾਂਦੀ ਹੈ ਅਤੇ ਖੂਨ ਦੀ ਤੇਜ਼ ਧਾਰਾ ਨਿਕਲਣ ਲੱਗਦੀ ਹੈ, ਜਿਸ ਕਾਰਨ ਉਹਦਾ ਪੂਰਾ ਹੱਥ ਖੂਨ ਨਾਲ ਲੱਥ-ਪੱਥ ਹੋ ਜਾਂਦਾ ਹੈ। ਫਿਰ ਭੈਣ ਸੋਚਦੀ ਹੈ, ਜੇਕਰ ਮੈਂ ਘਰ ਦੀ ਕੰਧ ਨਾਲ ਹੱਥ ਪੂੰਝਦੀ ਹਾਂ ਤਾਂ ਸਾਰਾ ਖੂਨ ਕੰਧ ਨੂੰ ਲੱਗ ਜਾਵੇਗਾ। ਲੋਕ ਕੀ ਸੋਚਣਗੇ? ਪਤਾ ਨਹੀਂ ਖੂਨ ਕਿੱਥੋਂ ਆ ਗਿਆ। ਜੇ ਮੈਂ ਇਸ ਨੂੰ ਕੱਪੜੇ ਨਾਲ ਸਾਫ਼ ਕਰਦੀ ਹਾਂ ਤਾਂ ਭੈਣ ਭਰਾ ਖੂਨ ਨਾਲ ਰੰਗੇ ਹੋਏ ਕੱਪੜੇ ਨੂੰ ਵੇਖ ਕੇ ਖਾਣਾ ਨਹੀਂ ਖਾਣਗੇ, ਪਰੇਸ਼ਾਨ ਹੋ ਜਾਣਗੇ, ਉਹ ਮੇਰੀ ਚਿੰਤਾ ਕਰਨਗੇ। ਇਸ ਡਰ ਕਾਰਨ ਇਹ ਸੋਚ ਕੇ ਛੋਟੀ ਭੈਣ ਨੇ ਆਪਣੇ ਹੱਥ ਦਾ ਸਾਰਾ ਖੂਨ ਉਹ ਸਾਗ ਨਾਲ ਪੂੰਝ ਦਿੱਤਾ। ਜਦੋਂ ਵੀ ਖੂਨ ਵਗਦਾ ਉਹ ਸਾਗ ਦੇ ਪੱਤੇ ਨਾਲ ਖੂਨ ਪੂੰਝ ਦਿੰਦੀ ਅਤੇ ਉਹ ਸਾਰਾ ਖੂਨ ਉਹ ਸਾਗ ਨੂੰ ਲੱਗ ਗਿਆ। ਤਾਂ ਫਿਰ ਉਸਨੇ ਉਹੀ ਸਾਗ ਨੂੰ ਰਿੰਨ ਕੇ ਸਬਜ਼ੀ ਬਣਾ ਦਿੱਤੀ। ਜਦੋਂ ਸਾਰੇ ਭਰਾ ਅਤੇ ਭਰਜਾਈ ਖੇਤਾਂ ਤੋਂ ਵਾਪਸ ਆਏ ਤਾਂ ਛੋਟੀ ਭੈਣ ਨੇ ਹਰ ਰੋਜ਼ ਵਾਂਗ ਉਹਨਾਂ ਨੂੰ ਥਾਲੀ ਸਾਫ਼ ਕਰਕੇ ਭੋਜਨ ਪਰੋਸ ਕੇ ਦਿੱਤਾ ਅਤੇ ਮਿੱਟੀ ਦੇ ਘੜੇ ਵਿੱਚੋਂ ਪਾਣੀ ਪੀਣ ਨੂੰ ਦਿੱਤਾ। ਸਾਰਿਆਂ ਨੇ ਰਲ ਕੇ ਰੋਟੀ ਖਾਧੀ ਅਤੇ ਬਣਾਈ ਹੋਈ ਸਬਜ਼ੀ ਅਤੇ ਰੋਟੀ ਦੀ ਜੰਮ ਕੇ ਤਾਰੀਫ ਕੀਤੀ। ਸਾਰੇ ਆਪਣੀ ਭੈਣ ਨੂੰ ਕਹਿਣ ਲੱਗੇ, ਅੱਜ ਇਹ ਸਬਜ਼ੀ ਅਤੇ ਸਾਗ ਬਹੁਤ ਸਵਾਦ ਬਣਿਆ ਹੈ। ਅੱਜ ਦੀ ਸਬਜ਼ੀ ਦਾ ਸਵਾਦ ਬਿਲਕੁਲ ਅਲੱਗ ਸੀ, ਲਾਜਵਾਬ ਸੀ। ਦੱਸ, ਅੱਜ ਇੰਨੀ ਸਵਾਦੀ ਸਬਜ਼ੀ ਕਿਵੇਂ ਬਣਾਈ? ਕਿਹੜੀ ਚੀਜ਼ ਮਿਲਾਈ? ਪਹਿਲਾਂ ਤਾਂ ਭੈਣ ਨੂੰ ਡਰ ਸੀ ਕਿ ਸ਼ਾਇਦ ਉਸ ਦੇ ਭਰਾਵਾਂ ਨੂੰ ਪਤਾ ਲੱਗ ਜਾਵੇਗਾ ਕਿ ਉਸ ਦੀ ਉਂਗਲ ਕੱਟੀ ਗਈ ਸੀ ਅਤੇ ਖੂਨ ਰਲ ਗਿਆ। ਫਿਰ ਥੋੜ੍ਹਾ ਸੋਚ ਕੇ ਬੋਲੀ, ਨਹੀਂ ਭਰਾ, ਮੈਂ ਤਾਂ ਰੋਜ਼ ਵਾਂਗੂ ਹੀ ਸਬਜ਼ੀ ਬਣਾਈ ਹਾਂ। ਅਗਲੇ ਦਿਨ ਜਦੋਂ ਸਾਰੇ ਭਰਾ ਖੇਤਾਂ ਵਿੱਚ ਜਾਣ ਲੱਗੇ ਤਾਂ ਛੋਟੀ ਭੈਣ ਨੂੰ ਕਹਿ ਕੇ ਗਏ, ਕੱਲ੍ਹ ਵਰਗੀ ਸਬਜ਼ੀ ਸਾਗ ਬਣਾਵੀਂ, ਬਹੁਤ ਸਵਾਦੀ ਸੀ। ਭੈਣ ਨੇ ਭਰਾਵਾਂ ਦੇ ਜਾਣ ਤੋਂ ਬਾਅਦ ਸਰੌਤੀ ਸਾਗ ਲਿਆ ਕੇ ਸਬਜ਼ੀ ਬਣਾਈ, ਪਰ ਸਬਜ਼ੀ 'ਚ ਪਹਿਲਾਂ ਵਰਗਾ ਸਵਾਦ ਨਾ ਰਿਹਾ। 3-4 ਦਿਨ ਰੋਜ਼ ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਭਰਾ ਰੋਜ਼ ਭੈਣ ਨੂੰ ਪੁੱਛਦੇ, ਉਸ ਦਿਨ ਤੂੰ ਸਬਜ਼ੀ ਵਿੱਚ ਕੀ ਰਲਾਇਆ ਸੀ? ਬਹੁਤ ਸਵਾਦ ਸੀ। ਬਾਅਦ ਵਿੱਚ ਉਹੋ ਜਿਹਾ ਸਵਾਦ ਨਹੀਂ ਆਇਆ। ਪਰ ਉਸ ਦੇ ਭਰਾ ਅਤੇ ਭਰਜਾਈ ਸੱਚ ਜਾਣਨਾ ਚਾਹੁੰਦੇ ਸਨ ਕਿ ਉਸ ਦਿਨ ਕੀ ਸੀ ਜੋ ਇੰਨਾ ਸਵਾਦ ਸੀ। ਉਹ ਸਵਾਦ ਉਹਨਾਂ ਦੇ ਮਨਾਂ ਵਿੱਚੋਂ ਨਿਕਲ ਨਹੀਂ ਰਿਹਾ ਸੀ। ਸੱਚਾਈ ਜਾਣਨ ਦੀ ਉਤਸੁਕਤਾ ਕਾਰਨ ਸੱਤੇ ਭਰਾ ਅਤੇ ਭਰਜਾਈ ਉਸ 'ਤੇ ਜ਼ੋਰ ਪਾਉਣ ਲੱਗੇ ਅਤੇ ਅਖੀਰ ਉਸ ਲੜਕੀ ਨੂੰ ਸਾਰੀ ਘਟਨਾ ਦੱਸਣ ਲਈ ਮਜਬੂਰ ਹੋਣਾ ਪਿਆ। ਅਤੇ ਸੱਚ ਜਾਣ ਕੇ ਵੱਡਾ ਭਰਾ, ਜੋ ਬਹੁਤ ਲਾਲਚੀ ਸੀ, ਉਸਨੇ ਦੂਜੇ ਭਰਾਵਾਂ ਨੂੰ ਕਿਹਾ, ਜੇ ਭੈਣ ਦਾ ਲਹੂ ਇੰਨਾ ਸਵਾਦੀ ਲੱਗਦਾ ਹੈ ਤਾਂ ਉਸ ਦਾ ਮਾਸ ਕਿੰਨਾ ਸਵਾਦੀ ਹੋਵੇਗਾ। ਇਹ ਕਹਿ ਕੇ ਸਾਰੇ ਭਰਾਵਾਂ ਵਿੱਚ ਚਰਚਾ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਛੋਟੇ ਭਰਾ ਨੂੰ ਛੱਡ ਕੇ ਬਾਕੀ ਸਾਰੇ ਭਰਾ ਭੈਣ ਨੂੰ ਮਾਰ ਕੇ ਉਸ ਦਾ ਮਾਸ ਖਾਣ ਲਈ ਤਿਆਰ ਹੋ ਜਾਂਦੇ ਹਨ। ਭਰਾਵਾਂ ਦੇ ਮਨਾਂ ਵਿੱਚ ਸਵਾਦੀ ਭੋਜਨ ਖਾਣ ਦਾ ਕਿੰਨਾ ਲਾਲਚ ਹੋ ਗਿਆ ਸੀ ਕਿ ਉਹ ਆਪਣੀ ਭੈਣ ਨੂੰ ਮਾਰਨ ਤੱਕ ਲਈ ਤਿਆਰ ਸਨ। ਅਤੇ ਇੱਕ ਦਿਨ ਸ਼ਿਕਾਰ ਦੇ ਬਹਾਨੇ ਸੱਤੇ ਭਰਾ ਭੈਣ ਨੂੰ ਸੰਘਣੇ ਜੰਗਲ ਵਿੱਚ ਲੈ ਗਏ ਅਤੇ ਜੰਗਲ ਵਿੱਚ ਜਾ ਕੇ ਉਹਨਾਂ ਨੇ ਆਪਣੀ ਛੋਟੀ ਭੈਣ ਨੂੰ ਇੱਕ ਉੱਚੀ ਜਗ੍ਹਾ, ਇੱਕ ਟਿੱਬੇ 'ਤੇ ਬਿਠਾ ਦਿੱਤਾ ਅਤੇ ਕਿਹਾ, ਇੱਥੇ ਕੋਈ ਵੀ ਜੰਗਲੀ ਜਾਨਵਰ ਨਹੀਂ ਆਵੇਗਾ। ਅਸੀਂ ਸ਼ਿਕਾਰ ਕਰਕੇ ਆਉਂਦੇ ਹਾਂ, ਤੂੰ ਓਨਾ ਚਿਰ ਤੱਕ ਇੱਥੇ ਹੀ ਰਹੀਂ। ਅਤੇ ਭਰਾ
ਇਸ ਤਰ੍ਹਾਂ ਆਪਣੀ ਭੈਣ ਨੂੰ ਝੂਠ ਬੋਲ ਕੇ ਧਨੁਸ਼ ਲੈ ਕੇ ਸ਼ਿਕਾਰ ਦਾ ਬਹਾਨਾ ਕਰਕੇ ਉੱਥੋਂ ਚਲੇ ਗਏ। ਪਰ ਭੈਣ ਜਾਣ ਚੁੱਕੀ ਸੀ ਕਿ ਉਸਦੇ ਭਰਾ ਕਿੰਨੇ ਲਾਲਚੀ ਹਨ, ਉਹ ਮੈਨੂੰ ਮਾਰ ਦੇਣਗੇ। ਸਭ ਤੋਂ ਪਹਿਲਾਂ ਵੱਡਾ ਭਰਾ ਆਪਣਾ ਤੀਰ ਤਿੱਖਾ ਕਰਦਾ ਹੈ ਤੇ ਭੈਣ ਵੱਲ ਧਨੁਸ਼ ਕਰਕੇ ਨਿਸ਼ਾਨਾ ਛੱਡਦਾ ਹੈ। ਤੀਰ ਭੈਣ ਦੇ ਲਾਗੋਂ ਦੀ ਨਿਕਲ ਜਾਂਦਾ ਹੈ। ਭੈਣ ਸਾਰੀ ਗੱਲ ਸਮਝ ਜਾਂਦੀ ਹੈ ਕਿ ਭਰਾਵਾਂ ਦੇ ਇਰਾਦੇ ਕੀ ਹਨ ਅਤੇ ਆਪਣੀ ਮਾਂ ਬੋਲੀ ਵਿੱਚ ਗੀਤ ਗਾਉਣਾ ਸ਼ੁਰੂ ਕਰ ਦਿੰਦੀ ਹੈ। ਬਿੰਦੂ ਬਿੰਦੂ ਦਾਦਾ, ਛਾਤੀ ਤਾਇਕ ਤਾਇਕ, ਤੁਸੀਂ ਮੈਨੂੰ ਮਾਰਨਾ ਹੈ ਦਾਦਾ ਸਾਹਿਬ, ਇਸ ਲਈ ਤੀਰ ਸਿੱਧਾ ਮੇਰੇ ਸੀਨੇ ਵਿੱਚ ਮਾਰੋ, ਤੁਸੀਂ ਇੱਧਰ ਉੱਧਰ ਕਿਉਂ ਮਾਰ ਰਹੇ ਹੋ। ਤੇ ਫਿਰ ਸਾਰੇ ਭਰਾ ਬਦਲੇ ਵਿੱਚ ਆਪਣੇ ਤੀਰ ਨੂੰ ਤਿੱਖਾ ਕਰਦੇ ਹਨ ਤੇ ਭੈਣ ਨੂੰ ਨਿਸ਼ਾਨਾ ਬਣਾਉਂਦੇ ਹੋਏ ਤੀਰ ਛੱਡਦੇ ਹਨ। ਸੱਤਵਾਂ ਭਰਾ, ਜੋ ਸਭ ਤੋਂ ਛੋਟਾ ਸੀ, ਤੀਰ ਚਲਾਉਣ ਤੋਂ ਇਨਕਾਰ ਕਰ ਦਿੰਦਾ ਹੈ। ਉਹ ਆਪਣੀ ਛੋਟੀ ਭੈਣ ਦਾ ਬਹੁਤ ਲਾਡਲਾ ਸੀ। ਭੈਣ ਜਾਣਦੀ ਸੀ ਕਿ ਸੱਤਵਾਂ ਭਰਾ ਸਭ ਤੋਂ ਛੋਟਾ ਹੈ ਅਤੇ ਬਾਕੀਆਂ ਵਾਂਗ ਲਾਲਚੀ ਨਹੀਂ ਸੀ। 6 ਭਰਾਵਾਂ ਨੇ ਛੋਟੇ ਭਰਾ 'ਤੇ ਪੂਰਾ ਦਬਾਅ ਬਣਾਇਆ ਕਿ ਉਹ ਵੀ ਤੀਰ ਚਲਾਵੇ। ਫਿਰ ਛੋਟੇ ਭਰਾ ਨੇ ਵੀ ਦੁਖੀ ਮਨ ਨਾਲ ਤੀਰ ਨੂੰ ਥੋੜ੍ਹਾ ਜਿਹਾ ਤਿੱਖਾ ਕਰਕੇ ਦੂਸਰੀ ਦਿਸ਼ਾ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਤੇ ਤੀਰ ਹੌਲੀ ਹੌਲੀ ਛੱਡ ਦਿੱਤਾ। ਭੈਣ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹੀ ਗੀਤ ਗਾ ਰਹੀ ਹੈ ਕਿ ਛੋਟੇ ਭਰਾ ਦਾ ਤੀਰ ਭੈਣ ਦੀ ਛਾਤੀ ਵਿੱਚ ਜਾ ਵੱਜਦਾ ਹੈ। ਭੈਣ ਦੀ ਰੂਹ ਉਸ ਦੇ ਸਰੀਰ ਤੋਂ ਵੱਖ ਹੋ ਜਾਂਦੀ ਹੈ ਅਤੇ ਉਸ ਦੀ ਆਤਮਾ ਉਸੇ ਥਾਂ ਭਟਕਣ ਲੱਗ ਪੈਂਦੀ ਹੈ। ਉਸ ਦੀ ਆਤਮਾ ਇਹ ਵੇਖਦੀ ਹੈ ਕਿ ਕਿਵੇਂ ਉਸ ਦੇ ਲਾਲਚੀ ਭਰਾ ਛੋਟੇ ਭਰਾ ਨਾਲ ਕੁੱਟਮਾਰ ਕਰ ਰਹੇ ਹਨ, ਉਸ ਦੀ ਭੈਣ ਦੇ ਸਰੀਰ ਨੂੰ ਕੱਟਣ ਦਾ ਆਦੇਸ਼ ਦੇ ਰਹੇ ਹਨ ਅਤੇ ਫਿਰ ਛੋਟੇ ਭਰਾ ਨੂੰ ਹੀ ਜੰਗਲਾਂ ਵਿੱਚੋਂ ਲੱਕੜ ਲਿਆਉਣ ਲਈ ਕਹਿੰਦੇ ਹਨ। ਛੋਟਾ ਭਰਾ ਉਹਨਾਂ ਤੋਂ ਡਰਦਾ ਜੰਗਲਾਂ ਵਿੱਚ ਲੱਕੜਾਂ ਇਕੱਠੀਆਂ ਕਰਨ ਜਾਂਦਾ ਹੈ। ਲੱਕੜਾਂ ਇਕੱਠੀਆਂ ਕਰਦਾ ਹੈ ਤੇ ਸੋਚਦਾ ਹੈ ਕਿ ਮੈਂ ਇਹਨਾਂ ਲੱਕੜਾਂ ਨੂੰ ਚੁੱਕ ਕੇ ਕਿਵੇਂ ਲੈ ਕੇ ਜਾਵਾਂਗਾ। ਉਹ ਉੱਥੇ ਬੈਠਾ ਹੀ ਆਪਣੀ ਭੈਣ ਨੂੰ ਯਾਦ ਕਰਕੇ ਰੋਣ ਲੱਗ ਜਾਂਦਾ ਹੈ। ਉਸ ਦੀ ਰੋਣ ਦੀ ਆਵਾਜ਼ ਸੁਣ ਕੇ ਸੱਪ ਦੇਵਤਾ ਉੱਥੇ ਆ ਜਾਂਦਾ ਹੈ ਅਤੇ ਪੁੱਛਦਾ ਹੈ, ਤੁਸੀਂ ਕਿਉਂ ਰੋ ਰਹੇ ਹੋ। ਉਹ ਇੱਧਰ ਉੱਧਰ ਦੇਖਦਾ ਹੈ, ਕੋਈ ਵਿਖਾਈ ਨਹੀਂ ਦਿੰਦਾ। ਫਿਰ ਉਹ ਲੜਕਾ ਸੱਪ ਨੂੰ ਵੇਖਦਾ ਹੈ ਅਤੇ ਆਪਣੀ ਸਾਰੀ ਕਹਾਣੀ ਉਹ ਸੱਪ ਦੇਵਤੇ ਨੂੰ ਸੁਣਾਉਂਦਾ ਹੈ। ਸੱਪ ਦੇਵਤਾ ਕਹਿੰਦਾ ਹੈ, ਮੈਂ ਇੱਕ ਰੱਸੀ ਵਾਂਗ ਤੁਹਾਡੀਆਂ ਲੱਕੜਾਂ ਲਪੇਟ ਲੈਂਦਾ ਹਾਂ, ਜਿਵੇਂ ਤੁਸੀਂ ਲੱਕੜਾਂ ਰੱਖੋਗੇ ਮੈਂ ਹੌਲੀ ਜਿਹੀ ਨਿਕਲ ਕੇ ਬਾਹਰ ਆ ਜਾਵਾਂਗਾ। ਉਹ ਛੋਟੇ ਭਰਾ ਨੇ ਇਵੇਂ ਹੀ ਕੀਤਾ। ਲੱਕੜਾਂ ਲੈ ਕੇ ਉਹ ਆਪਣੇ ਵੱਡੇ ਭਰਾਵਾਂ ਕੋਲ ਚਲੇ ਗਿਆ। ਜਦੋਂ ਹੀ ਲੱਕੜਾਂ ਉੱਥੇ ਰੱਖੀਆਂ, ਉਹ ਸੱਪ ਜੋ ਰੱਸੀ ਦੇ ਰੂਪ ਵਿੱਚ ਸੀ ਹੌਲੀ ਹੌਲੀ ਉੱਥੋਂ ਖਿਸਕ ਕੇ ਬਾਹਰ ਆ ਗਿਆ। ਇਸ ਤੋਂ ਬਾਅਦ ਵੱਡੇ ਭਰਾਵਾਂ ਨੇ ਛੋਟੇ ਭਰਾ ਨੂੰ ਪਾਣੀ ਲੈਣ ਲਈ ਭੇਜਿਆ। ਜਦ ਛੋਟਾ ਭਰਾ ਖੂਹ ਦੇ ਕੋਲ ਜਾਂਦਾ ਹੈ ਤੇ ਖੂਹ ਦੇ ਕੋਲ ਇੱਕ ਘੜਾ ਹੁੰਦਾ ਹੈ ਜਿਸ ਦੇ ਵਿੱਚ ਛੇਕ ਹੈ। ਫਿਰ ਉਹ ਸੋਚਦਾ ਹੈ, ਮੈਂ ਇਸ ਵਿੱਚ ਪਾਣੀ ਕਿਵੇਂ ਭਰਾਂਗਾ, ਛੇਕ ਰਾਹੀਂ ਸਾਰਾ ਪਾਣੀ ਬਾਹਰ ਨਿਕਲ ਜਾਵੇਗਾ। ਇਹ ਸੋਚ ਕੇ ਛੋਟਾ ਭਰਾ ਉੱਥੇ ਬੈਠ ਕੇ ਰੋਣਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉੱਥੇ ਡੱਡੂ ਅਤੇ ਮੱਛੀਆਂ ਸਾਰੇ ਆ ਜਾਂਦੇ ਹਨ। ਉਸ ਨੂੰ ਪੁੱਛਦੇ ਹਨ, ਤੁਸੀਂ ਰੋ ਕਿਉਂ ਰਹੇ ਹੋ। ਤੇ ਛੋਟਾ ਭਰਾ ਆਪਣੀ ਸਾਰੀ ਕਹਾਣੀ ਉਹਨਾਂ ਡੱਡੂਆਂ ਮੱਛੀਆਂ ਨੂੰ ਦੱਸਦਾ ਹੈ ਕਿ ਮੇਰੀ ਪਿਆਰੀ ਭੈਣ ਕਿਵੇਂ ਮੇਰੇ ਭਰਾਵਾਂ ਨੇ ਮਾਰ ਦਿੱਤੀ, ਉਸ ਦਾ ਮਾਂਸ ਕੱਟ ਦਿੱਤਾ, ਹੁਣ ਉਸ ਨੂੰ ਪੁਕਾਰ ਰਹੇ ਹਨ। ਉਹਨਾਂ ਮੈਨੂੰ ਪਾਣੀ ਲਿਆਉਣ ਲਈ ਕਿਹਾ ਹੈ ਤੇ ਹੋ ਸਕਦਾ ਹੈ ਫਿਰ ਮੈਨੂੰ ਮੇਰੀ ਪਿਆਰੀ ਭੈਣ ਦਾ ਮਾਂਸ ਖਾਣ ਨੂੰ ਹੀ ਕਹਿਣ। ਮੈਂ ਕਿਵੇਂ ਖਾਵਾਂਗਾ, ਮੈਂ ਇਹੀ ਸੋਚ ਕੇ ਰੋ ਰਿਹਾ ਹਾਂ। ਫਿਰ ਡੱਡੂ ਕਹਿਣ ਲੱਗਾ, ਚਿੰਤਾ ਨਾ ਕਰ, ਅਸੀਂ ਸਾਰੇ ਡੱਡੂ ਘੜੇ ਤੇ ਮੋਰੀ ਵਿੱਚ ਚਿਪਕ ਜਾਂਦੇ ਹਾਂ। ਫਿਰ ਮੱਛੀ ਕਹਿਣ ਲੱਗੀ, ਤੁਸੀਂ ਸਾਨੂੰ ਲੈ ਜਾਓ, ਜਦੋਂ ਤੁਹਾਡੇ ਭਰਾ ਭੈਣ ਦਾ ਮਾਂਸ ਖਾਂਦੇ ਹੋਣ ਤੁਸੀਂ ਮੱਛੀ ਖਾਂਦੇ ਰਹੋ ਅਤੇ ਜਦੋਂ ਹੱਡੀਆਂ ਖਾਂਦੇ ਹੋਣ ਤੁਸੀਂ ਡੱਡੂ ਖਾ ਲਿਓ, ਵੱਡੇ ਭਰਾਵਾਂ ਨੂੰ ਸ਼ੱਕ ਨਹੀਂ ਹੋਵੇਗਾ। ਫਿਰ ਛੋਟੇ ਭਰਾ ਨੇ ਉਵੇਂ ਹੀ ਕੀਤਾ। ਉਹ ਘੜੇ ਵਿੱਚ ਭਰ ਕੇ ਪਾਣੀ ਲੈ ਗਿਆ। ਜਦ ਵੱਡੇ ਭਰਾਵਾਂ ਨੇ ਭੈਣ ਦਾ ਮਾਂਸ ਪਕਾਇਆ ਤਾਂ ਛੋਟੇ ਭਰਾ ਨੂੰ ਵੀ ਖਾਣ ਲਈ ਕਿਹਾ ਤੇ ਪਰ ਛੋਟਾ ਭਰਾ ਭੈਣ ਦਾ ਮਾਂਸ ਲੈ ਕੇ ਇੱਕ ਪਾਸੇ ਹੋ ਕੇ ਬੈਠ ਗਿਆ। ਭੈਣ ਦਾ ਮਾਂਸ ਉਹ ਸਾਈਡ 'ਤੇ ਰੱਖੀ ਜਾਂਦਾ, ਡੱਡੂ ਅਤੇ ਮੱਛੀ ਨੂੰ ਖਾ ਲੈਂਦਾ। ਸਾਰੇ ਭਰਾਵਾਂ ਨੇ ਭੈਣ ਦਾ ਮਾਂਸ ਖਾ ਕੇ ਉਸ ਦੀਆਂ ਹੱਡੀਆਂ ਛੋਟੇ ਭਰਾ ਨੂੰ ਕਿਤੇ ਸੁੱਟਣ ਲਈ ਕਿਹਾ। ਛੋਟੇ ਭਰਾ ਨੇ ਲਾਗੇ ਹੀ ਆਪਣੀ ਭੈਣ ਦੀਆਂ ਹੱਡੀਆਂ ਤੇ ਉਹ ਮਾਂਸ ਜੋ ਉਸਨੇ ਖਾਧਾ ਨਹੀਂ ਸੀ ਉਸ ਨੂੰ ਮਿੱਟੀ ਵਿੱਚ ਦੱਬ ਦਿੱਤਾ। ਅਤੇ ਜਿਵੇਂ ਸਮਾਂ ਬੀਤਦਾ ਗਿਆ, ਉਸ ਮਿੱਟੀ ਵਿੱਚ ਦੱਬੇ ਮਾਂਸ ਅਤੇ ਹੱਡੀਆਂ ਤੋਂ ਇੱਕ ਵਾਂਸ ਦੀ ਝਾੜੀ ਉੱਗ ਆਈ ਅਤੇ ਇੱਕ ਵੱਡੇ ਸਾਰੇ ਵਾਂਸਾਂ ਦੇ ਝਾੜ ਦੇ ਫੈਲਾਅ ਵਿੱਚ ਫੈਲ ਗਈ। ਤੇ ਇਸ ਘਟਨਾ ਤੋਂ ਕਈ ਸਾਲ ਬਾਅਦ ਇੱਕ ਜੋਗੀ ਜੋ ਵਾਂਸਾਂ ਦੇ ਝਾੜ ਕੋਲੋਂ ਦੀ ਲੰਘ ਰਿਹਾ ਸੀ, ਉਸਨੇ ਵਾਂਸਾਂ ਦਾ ਝਾੜ ਵੇਖਿਆ ਤੇ ਸੋਚਣ ਲੱਗਾ, ਜੇਕਰ ਇਹਨਾਂ ਵਾਂਸਾਂ ਦੀ ਇੱਕ ਬਾਂਸਰੀ, ਇੱਕ ਸਾਜ਼ ਬਣਾਇਆ ਜਾਵੇ ਤਾਂ ਕਿੰਨੀ ਸੁਰੀਲੀ ਧੁਨ ਪੈਦਾ ਹੋਵੇਗੀ। ਇਹ ਸੋਚ ਕੇ ਉਹ ਵਾਂਸ ਕੱਟਣ ਲੱਗਾ। ਜਿਉਂ ਹੀ ਉਸਨੇ ਵਾਂਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ, ਉਸ ਵਾਂਸ ਵਿੱਚੋਂ ਇੱਕ ਆਵਾਜ਼ ਆਉਂਦੀ ਹੈ,
ਨਾ ਕਾਟ ਰੇ ਜੋਗੀ, ਇਹ ਤਾਂ ਲੱਗ ਭਈਆ ਰੱਸੇ ਵਾਲਾ ਬਾਂਸ। ਜੋਗੀ ਆਵਾਜ਼ ਸੁਣ ਕੇ ਬੜਾ ਹੈਰਾਨ ਹੁੰਦਾ ਹੈ। ਫਿਰ ਵੀ ਉਹ ਬਾਂਸ ਨੂੰ ਕੱਟਦਾ ਹੈ। ਉਹ ਸੋਚਦਾ ਹੈ, ਜਿਸ ਬਾਂਸ ਵਿੱਚੋਂ ਇੰਨੀ ਸੋਹਣੀ ਆਵਾਜ਼ ਆਉਂਦੀ ਹੈ, ਉਸ ਦੀ ਬਾਂਸਰੀ ਕਿੰਨੀ ਵਧੀਆ ਵੱਜੇਗੀ। ਇਸ ਮਕਸਦ ਲਈ ਜੋਗੀ ਇੱਕ ਬਾਂਸ ਦਾ ਟੁਕੜਾ ਕੱਟ ਕੇ ਨਾਲ ਲੈ ਜਾਂਦਾ ਹੈ ਅਤੇ ਫਿਰ ਜੋਗੀ ਉਸ ਬਾਂਸ ਤੋਂ ਇੱਕ ਸੁੰਦਰ ਕੇਂਦਰ ਬਣਾਉਂਦਾ ਹੈ। ਇਸ ਕੇਂਦਰ ਤੋਂ ਬਹੁਤ ਹੀ ਸੋਹਣੀ ਸੁਰੀਲੀ ਆਵਾਜ਼ ਨਿਕਲਦੀ ਹੈ। ਜਿੱਥੇ ਵੀ ਜੋਗੀ ਵਜਾਉਂਦਾ ਹੈ, ਲੋਕ ਉਸ ਦੀ ਆਵਾਜ਼ ਸੁਣ ਕੇ ਮਸਤ ਹੋ ਜਾਂਦੇ ਸਨ ਅਤੇ ਉਸ ਨੂੰ ਬਹੁਤ ਸਾਰਾ ਧਨ, ਖਾਣ ਪੀਣ ਵਾਲੀਆਂ ਚੀਜ਼ਾਂ ਦਿੰਦੇ ਸਨ। ਇਸੇ ਤਰ੍ਹਾਂ ਯਾਤਰਾ ਕਰਦਾ ਹੋਇਆ ਇੱਕ ਦਿਨ ਜੋਗੀ ਉਸ ਵੱਡੇ ਭਰਾ ਦੇ ਘਰ ਪਹੁੰਚਦਾ ਹੈ। ਜਦ ਉੱਥੇ ਉਹ ਆਪਣੀ ਬਾਂਸ ਨੂੰ ਵਜਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਬਾਂਸਰੀ ਵੱਜਦੀ ਨਹੀਂ। ਉਹ ਵਾਰ-ਵਾਰ ਕੋਸ਼ਿਸ਼ ਕਰਦਾ ਹੈ। ਬਾਂਸਰੀ ਵਿੱਚੋਂ ਆਵਾਜ਼ ਆਉਂਦੀ ਹੈ, ਮੈਂ ਨਾ ਬਾਜੂ ਰੇ ਯਹਾਂ ਪਰ, ਇਹ ਤਾਂ ਮੇਰੇ ਦੁਸ਼ਮਣ ਕਾ ਘਰ। ਅਤੇ ਜਦੋਂ ਵੀ ਜੋਗੀ ਬਾਂਸਰੀ ਵਜਾਉਂਦਾ, ਉਸ ਵਿੱਚੋਂ ਇਹੋ ਹੀ ਆਵਾਜ਼ ਨਿਕਲਦੀ। ਇਹ ਆਵਾਜ਼ ਸੁਣ ਕੇ ਉਹਦਾ ਵੱਡਾ ਭਰਾ ਜੋਗੀ ਨੂੰ ਬਹੁਤ ਕੁੱਟਦਾ ਹੈ ਅਤੇ ਉਸ ਨੂੰ ਘਰੋਂ ਪਹੁੰਚਾ ਦਿੰਦਾ ਹੈ। ਜਦੋਂ ਜੋਗੀ ਵੱਡੇ ਭਰਾ ਦੇ ਘਰੋਂ ਨਿਕਲਦਾ ਹੈ ਤਾਂ ਬਾਂਸਰੀ ਫਿਰ ਬਹੁਤ ਸੁੰਦਰ ਧੁਨ ਵਜਾਉਣ ਲੱਗ ਪੈਂਦੀ ਹੈ ਅਤੇ ਇਸੇ ਤਰ੍ਹਾਂ ਭਟਕਦਾ ਹੋਇਆ ਜੋਗੀ ਹਰ ਭਰਾ ਦੇ ਘਰ ਜਾਂਦਾ ਹੈ। ਪਰ ਜਦੋਂ ਵੀ ਉਹ ਭਰਾਵਾਂ ਦੇ ਘਰ ਜਾਂਦਾ ਹੈ, ਉਸ ਬਾਂਸਰੀ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਨਿਕਲ ਆਉਂਦੀਆਂ ਹਨ। ਮੈਂ ਨਾ ਬਾਜੂ ਰੇ ਜੋਗੀ ਹਾਂ, ਇਹ ਤਾਂ ਮੇਰੇ ਦੁਸ਼ਮਣ ਕਾ ਘਰ। ਇਹ ਸੁਣ ਕੇ ਸਾਰੇ ਭਰਾ ਜੋਗੀ ਨੂੰ ਵਾਰ-ਵਾਰ ਕੁੱਟ ਕੇ ਘਰੋਂ ਪਹੁੰਚਾ ਦਿੰਦੇ ਹਨ ਅਤੇ ਅਖੀਰ ਵਿੱਚ ਜੋਗੀ ਸਭ ਤੋਂ ਛੋਟੇ ਭਰਾ ਦੇ ਘਰ ਪਹੁੰਚਦਾ ਹੈ ਅਤੇ ਛੋਟੇ ਭਰਾ ਦੇ ਘਰ ਵੜਦਿਆਂ ਜਦੋਂ ਜੋਗੀ ਬਾਂਸਰੀ ਵਜਾਉਂਦਾ ਹੈ ਤਾਂ ਬਾਂਸਰੀ ਹੋਰ ਵੀ ਸੁਰੀਲੀ ਹੋ ਵੱਜਦੀ ਹੈ ਅਤੇ ਉਸ ਵਿੱਚੋਂ ਬੜੀ ਹੀ ਮਿੱਠੀ ਆਵਾਜ਼ ਆਉਂਦੀ ਹੈ। ਤਾਂ ਉਹ ਬਾਂਸਰੀ ਕਹਿਣ ਲੱਗਦੀ ਹੈ, ਜ਼ੋਰ ਜ਼ੋਰ ਸੇ ਬਜਾ ਰਹੇ ਜੋਗੀ, ਜੇ ਤਾਂ ਮੇਰੇ ਛੋਟੇ ਭਈਆ ਕਾ ਘਰ ਹੈ। ਉਸ ਦੀ ਇਹ ਮਿੱਠੀ ਮਿੱਠੀ ਆਵਾਜ਼ ਸੁਣ ਕੇ ਛੋਟਾ ਭਰਾ ਮੋਹਿਤ ਹੋ ਜਾਂਦਾ ਹੈ। ਬਾਂਸਰੀ ਦੀ ਧੁਨ ਸੁਣਨ ਤੋਂ ਬਾਅਦ ਛੋਟਾ ਭਰਾ ਜੋਗੀ ਨੂੰ ਬਹੁਤ ਸਾਰੇ ਪੈਸੇ ਦੇ ਕੇ ਬਾਂਸਰੀ ਨੂੰ, ਉਸ ਕੇਂਦਰੇ ਨੂੰ ਖਰੀਦ ਕੇ ਆਪਣੇ ਘਰ ਰੱਖ ਲੈਂਦਾ ਹੈ। ਸਮਾਂ ਹੌਲੀ ਹੌਲੀ ਬੀਤਦਾ ਜਾਂਦਾ ਹੈ। ਛੋਟਾ ਭਰਾ ਜਦੋਂ ਆਪਣੇ ਕੰਮ 'ਤੇ ਜਾਂਦਾ ਅਤੇ ਜਦ ਵਾਪਸ ਆਉਂਦਾ, ਉਹ ਦੇਖਦਾ ਕਿ ਉਸ ਦਾ ਘਰ ਬਹੁਤ ਸਾਫ਼ ਸੁਥਰਾ ਹੁੰਦਾ ਸੀ। ਉਸ ਦਾ ਕਮਰਾ ਬਹੁਤ ਸੋਹਣਾ ਸਜਾਇਆ ਹੁੰਦਾ ਸੀ। ਬਰਤਨ ਵੀ ਠੀਕ ਠਾਕ ਰੱਖੇ ਹੁੰਦੇ ਸਨ। ਛੋਟਾ ਭਰਾ ਸੋਚਦਾ ਕਿ ਮੇਰੇ ਜਾਣ ਤੋਂ ਬਾਅਦ ਮੇਰਾ ਘਰ ਇੰਨਾ ਸਾਫ਼ ਸੁਥਰਾ ਕੌਣ ਕਰਦਾ ਹੈ। ਹੋ ਸਕਦਾ ਹੈ ਮੇਰੀ ਭਰਜਾਈ ਕਰਦੀ ਹੋਵੇ। ਇਹ ਸੋਚ ਕੇ ਇੱਕ ਦਿਨ ਆਪਣੀ ਭਰਜਾਈ ਨੂੰ ਪੁੱਛਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਮੇਰਾ ਕਮਰਾ ਸਾਫ਼ ਕਰਦੇ ਹੋ। ਤਾਂ ਭਰਜਾਈ ਨੇ ਕਿਹਾ, ਨਹੀਂ ਨਹੀਂ, ਮੈਂ ਤਾਂ ਕਦੀ ਤੇਰੇ ਘਰ ਹੀ ਨਹੀਂ ਗਈ, ਮੈਨੂੰ ਕੀ ਲੋੜ ਪਈ ਹੈ ਤੇਰਾ ਕਮਰਾ ਸਾਫ਼ ਕਰਨ ਦੀ। ਛੋਟੇ ਭਰਾ ਦੇ ਮਨ ਵਿੱਚ ਬੜੀ ਉਤਸੁਕਤਾ ਸੀ ਇਹ ਜਾਣਨ ਲਈ ਕਿ ਮੇਰੇ ਘਰ ਨੂੰ ਇੰਨੀ ਖੂਬਸੂਰਤੀ ਨਾਲ ਕੌਣ ਸਜਾਉਂਦਾ ਹੈ। ਉਸਨੇ ਆਪਣੇ ਭਰਾਵਾਂ ਤੋਂ, ਆਪਣੀ ਭਰਜਾਈ ਤੋਂ ਪੁੱਛਿਆ, ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਇੱਕ ਦਿਨ ਛੋਟਾ ਭਰਾ ਇਹ ਕਹਿ ਕੇ ਘਰੋਂ ਬਾਹਰ ਚਲਾ ਗਿਆ ਕਿ ਮੈਂ ਕੰਮ 'ਤੇ ਚੱਲਿਆ ਹਾਂ, ਪਰ ਗਿਆ ਨਾ। ਘਰ ਵਿੱਚ ਹੀ ਇੱਕ ਸਾਈਡ 'ਤੇ ਲੁੱਕ ਕੇ ਵੇਖਣ ਲੱਗਾ ਕਿ ਆਖਰ ਮੇਰਾ ਘਰ ਸਾਫ਼ ਕੌਣ ਕਰਦਾ ਹੈ। ਅਤੇ ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਛੋਟਾ ਭਰਾ ਦੇਖਦਾ ਹੈ ਕਿ ਇੱਕ ਸੁੰਦਰ ਕੁੜੀ ਕਮਰੇ ਵਿੱਚੋਂ ਬਾਹਰ ਆਉਂਦੀ ਹੈ, ਕਮਰੇ ਦੇ ਅੰਦਰ ਜਾਂਦੀ ਹੈ ਅਤੇ ਸਾਰਾ ਕਮਰਾ ਸਾਫ਼ ਕਰਦੀ ਹੈ, ਘਰ ਸਜਾਉਂਦੀ ਹੈ ਅਤੇ ਫਿਰ ਉਹ ਗਾਇਬ ਹੋ ਜਾਂਦੀ ਹੈ। ਉਸ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਕਿ ਆਖਰ ਇਹ ਕੁੜੀ ਕੌਣ ਹੈ ਅਤੇ ਕਿੱਥੋਂ ਆਉਂਦੀ ਹੈ, ਕਿਉਂਕਿ ਉਸ ਕੁੜੀ ਦੀ ਦਿੱਖ ਬਿਲਕੁਲ ਉਸਦੀ ਛੋਟੀ ਭੈਣ ਵਰਗੀ ਸੀ। ਅਤੇ ਅਗਲੇ ਦਿਨ ਛੋਟੇ ਭਰਾ ਨੇ ਫਿਰ ਦੁਬਾਰਾ ਉਹੀ ਕੰਮ ਕੀਤਾ। ਕੰਮ 'ਤੇ ਜਾਣ ਦਾ ਬਹਾਨਾ ਕੀਤਾ ਪਰ ਗਿਆ ਨਾ। ਆਪਣੇ ਉਸ ਕਮਰੇ ਵਿੱਚ ਹੀ ਇੱਕ ਮੰਜੇ ਦੇ ਉਹਲੇ ਲੁਕ ਗਿਆ ਅਤੇ ਵੇਖਣ ਲੱਗਾ ਕਿ ਉਹ ਕੁੜੀ ਕਿੱਥੋਂ ਆਉਂਦੀ ਹੈ। ਉਹ ਕੀ ਦੇਖਦਾ ਹੈ ਕਿ ਉਹ ਕੇਂਦਰ ਵਿੱਚੋਂ, ਉਹ ਬਾਂਸਰੀ ਵਿੱਚੋਂ ਉਹ ਕੁੜੀ ਨਿਕਲਦੀ ਹੈ ਅਤੇ ਸਾਰਾ ਕਮਰਾ ਸਾਫ਼ ਕਰਦੀ ਹੈ, ਘਰ ਨੂੰ ਸਜਾਉਂਦੀ ਹੈ, ਬਰਤਨ ਸਾਫ਼ ਕਰਦੀ ਹੈ ਅਤੇ ਫਿਰ ਉਸ ਬਾਂਸਰੀ ਵਿੱਚ ਵੜ ਜਾਂਦੀ ਹੈ। ਜਦ ਛੋਟੇ ਭਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਹੈਰਾਨ ਹੋਇਆ ਅਤੇ ਫਿਰ ਤੀਸਰੇ ਦਿਨ ਉਸਨੇ ਫਿਰ ਉਹੀ ਬਹਾਨਾ ਬਣਾਇਆ ਅਤੇ ਜਦ ਉਹ ਕੁੜੀ ਬਾਂਸਰੀ ਵਿੱਚੋਂ ਨਿਕਲੀ ਤਾਂ ਛੋਟੇ ਭਰਾ ਨੇ ਉਸ ਕੁੜੀ ਦੀ ਬਾਂਹ ਫੜ ਲਈ ਅਤੇ ਬਾਂਸਰੀ ਤੋੜ ਦਿੱਤੀ ਅਤੇ ਉਸ ਬਾਂਸਰੀ ਦੇ ਟੁੱਟਣ ਨਾਲ ਹੀ ਉਹ ਕੁੜੀ ਹਮੇਸ਼ਾ ਲਈ ਮਨੁੱਖੀ ਰੂਪ ਵਿੱਚ ਬਦਲ ਜਾਂਦੀ ਹੈ। ਫਿਰ ਦੋਵੇਂ ਭੈਣ ਭਰਾ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਅਤੇ ਅੱਜ ਵੀ ਝਾਰਖੰਡ ਦਾ ਇੱਕ ਪਿੰਡ ਅਸਾਰੀ, ਜਿਸ ਵਿੱਚ ਇਹ ਘਟਨਾ ਵਾਪਰੀ ਸੀ, ਅੱਜ ਵੀ ਉਹਨਾਂ ਘਰਾਂ ਵਿੱਚ ਸਰੌਤੀ ਸਾਗ ਪ੍ਰਸ਼ਾਦ ਵਜੋਂ ਚੜ੍ਹਾਇਆ ਜਾਂਦਾ ਹੈ ਅਤੇ ਉਹ ਬਾਂਸਾਂ ਦਾ ਝਾੜ ਅੱਜ ਵੀ ਉਸ ਪਿੰਡ ਵਿੱਚ ਹੈ। ਇਹ ਘਟਨਾ ਕਈ ਹਜ਼ਾਰਾਂ ਸਾਲ ਪੁਰਾਣੀ ਹੈ। ਇਹ ਕਹਾਣੀ ਜਾਂ ਇਸ ਘਟਨਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਰਿਸ਼ਤੇ ਉਹੀ ਹਨ ਜੋ ਪਿਆਰ ਨਾਲ ਦਿਲੋਂ ਨਿਭੇ ਜਾਣ, ਵਰਨਾ ਲਾਲਚ ਦੇ ਅਧੀਨ ਮਨੁੱਖ ਕਿੰਨਾ ਕੁਛ ਕਰ ਜਾਂਦਾ ਹੈ, ਆਪਣਿਆਂ ਨੂੰ ਹੀ ਗਵਾ ਜਾਂਦਾ ਹੈ। ਪਰ ਜੇਕਰ ਰਿਸ਼ਤਿਆਂ ਵਿੱਚ ਦਿਲੋਂ ਪਿਆਰ ਹੋਵੇ ਅਤੇ ਰੂਹਾਂ ਵੀ ਆਣ ਕੇ ਉਸ ਰਿਸ਼ਤੇ ਨੂੰ ਸਵੀਕਾਰ ਕਰਦੀਆਂ ਹਨ ਅਤੇ ਮਿਲਦੀਆਂ ਹਨ। ਨਹੀਂ ਤਾਂ ਕਰਮਾਂ ਦਾ ਲੇਖਾ ਜੋਖਾ ਤਾਂ ਹੋ ਕੇ ਰਹਿੰਦਾ ਹੈ। ਕਹਿੰਦੇ ਨੇ ਨਾ,
ਜਦੋਂ ਕਰਮਾਂ ਦੇ ਧੱਕੇ ਪੈਂਦੇ ਨੇ ਫਿਰ ਪੱਕੇ ਵੀ ਢਹਿੰਦੇ ਨੇ। ਧੰਨਵਾਦ ਜੀ। ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਹਾਂ ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ।